जो बोले सो निर्भय भगवान वाल्मीकि महाराज की जय। सच्चिया परिता गुरु अपने नाल जोड़ तू, सच्चिया परिता गुरु अपने नाल जोड़ तू, भुल के कदे भी मुख गुरु तो न मोड़ तू, भुल के कदे भी मुख गुरु तो न मोड़ तू, सच्चिया परिता गुरु अपने नाल जोड़ तू, भुल के कदे भी मुख गुरु तो न मोड़ तू, सच्चिया परिता। सुख नाम उसदा विसारी ना, मिल जान सुख नाम उसदा विसारी ना, दुखां विच हाथ पैर चारे पासे मारी ना, दुखां विच हाथ पैर चारे पासे मारी ना, चारे पासे मारी ना, गुरु ते भरोसा रख ओदा साथ लोड़ तू, गुरु ते भरोसा रख ओदा साथ लोड़ तू, सच्चिया परिता गुरु अपने नाल जोड़ तू, भुल के कदे भी मुख गुरु तो न मोड़ तू, सच्चिया परिता। दुख सुख कपड़ दो सुड़िया शरीर दे, दुख सुख कपड़ दो सुनिया शरीर दे, सच्चा नाम तेने की गहने अखीर दे, सच्चा नाम तेने की गहने अखीर दे, गहने अखीर दे, एही नाल जाणगे जदो जग छोड़ तू, एही नाल जाणगे जदो जग छोड़ तू, सच्चिया परिता गुरु अपने नाल जोड़ तू, सच्चिया परिता गुरु अपने नाल जोड़ तू, सच्चिया परिता। अपने बगाने आने साथ निभाना नहीं, अपने बगाने आने साथ निभाना नहीं, गुरु तो बगैर तैनू किसे पार लाउणा नहीं, गुरु तो बगैर तैनू किसे पार लाउणा नहीं, जिंदगी दी बेड़ी है वे हाड़ च न रोड़ तू, जिंदगी दी बेड़ी है वे हाड़ च न रोड़ तू, सच्चिया परिता गुरु अपने नाल जोड़ तू, सच्चिया परिता गुरु अपने नाल जोड़ तू, सच्चिया परिता।
काज उस वार दा अपनी ही भगता दे काज उस वार दा झूठ दा व्यापारी रहिंदे सदा बाजी हार दे झूठ दे व्यापारी रहिंदे सदा बाजी हार दे तारी जय मूर्खा तो पक्का दाता तोड़ तू तारी जय मूर्खा तो पक्का दाता तोड़ तू सच्चिया परीता गुरु अपने नाल जोड़ तू भुल के कदे भी मुख गुरु तो न मोड़ तू सच्चिया परीता गुरु अपने नाल जोड़ तू भुल के कदे भी मुख गुरु तो न मोड़ तू सच्चिया परीता। जो बोले सो निर्भय भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। ਅੱਜ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਉੱਪਰ ਵਿਚਾਰ ਕਰਾਂਗੇ। ਮਾਲਕ ਦੇ ਪਿਆਰਿਆਂ ਨੇ ਸਮੇਂ-ਸਮੇਂ ਤੇ ਇੱਥੇ ਆ ਕੇ ਇਨਸਾਨੀ ਜਾਮੇ ਦੀ ਮਹਾਨਤਾ ਦਾ ਉਦੇਸ਼ ਕਹਿ ਲਈਏ, ਇਨਸਾਨੀ ਜਾਮੇ ਦਾ ਮਕਸਦ ਕਹਿ ਲਈਏ, ਇਨਸਾਨ ਇਸ ਦੁਨੀਆ ਵਿੱਚ ਕਿਉਂ ਆਇਆ ਕਹਿ ਲਈਏ, ਇੱਕੋ ਹੀ ਸ਼ਬਦ ਦੇ ਵੱਖਰੇ ਵੱਖਰੇ ਨਾਮ ਆਖੇ ਜਾ ਸਕਦੇ ਹਨ। ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਮਾਲਕ ਦੇ ਪਿਆਰਿਆਂ ਨੇ ਸਮੇਂ-ਸਮੇਂ ਤੇ ਇੱਥੇ ਆ ਕੇ ਆਪਣੇ ਆਪ ਨੂੰ ਸਵਾਰਨ ਦਾ ਉਪਦੇਸ਼ ਇਸ ਮਨੁੱਖੀ ਜਾਮੇ ਦੀ ਝੋਲੀ ਵਿੱਚ ਪਾਇਆ। ਉਹਨਾਂ ਦੇ ਦੱਸਣ ਅਨੁਸਾਰ ਆਪਣੇ ਆਪ ਨੂੰ ਸਵਾਰਨ ਤੋਂ ਬਗੈਰ ਆਪਾਂ ਉਸ ਮਾਲਕ ਨਾਲ ਮਿਲਾਪ ਨਹੀਂ ਕਰ ਸਕਦੇ। ਜੇਕਰ ਆਪਾਂ ਕਿਸੇ ਵੀ ਧਰਮ ਦੀ ਖੋਜ ਕਰ ਲਈਏ ਤਾਂ ਕੀ ਵੇਖਦੇ ਹਾਂ ਕਿ ਕੁਝ ਸਾਂਝੇ ਅਸੂਲ ਹਰੇਕ ਧਰਮ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਹਨ। ਉਹ ਅਸੂਲ ਕੀ ਹਨ? ਹਰੇਕ ਧਰਮ ਅੰਦਰ ਨੇਕੀ ਦੀ ਗੱਲ ਕੀਤੀ ਜਾਂਦੀ ਅਤੇ ਬੁਰਾਈਆਂ ਨੂੰ ਛੱਡਣ ਵਾਸਤੇ ਆਖਿਆ ਜਾਂਦਾ। ਦੂਸਰੀ ਸੱਚਾਈ ਜੋ ਆਪਾਂ ਨੂੰ ਹਰੇਕ ਧਰਮ ਅੰਦਰ ਮਿਲੇਗੀ ਉਹ ਕੀ ਹੈ? ਉਹ ਹੈ ਸੱਚ ਉੱਪਰ ਪਹਿਰਾ ਦੇਣ ਦੀ ਗੱਲ। ਸੌਖੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਜੇਕਰ ਆਪਾਂ ਇੱਕ ਮਕਾਨ ਦੀ ਤਿਆਰੀ ਕਰਨੀ ਹੋਵੇ, ਜੋ ਮਕਾਨ ਦੀ ਨੀਂਹ ਹੈ ਕਦੇ ਵੀ ਰੇਤ ਉੱਪਰ ਨਹੀਂ ਰੱਖੀ ਜਾ ਸਕਦੀ। ਨੀਂਹ ਨੂੰ ਮਜ਼ਬੂਤ ਕਰਨ ਲਈ ਸੀਮੈਂਟ ਅਤੇ ਕੰਕਰੀਟ ਨੂੰ ਵਰਤੋਂ ਵਿੱਚ ਲੈ ਕੇ ਆਉਣਾ ਪਵੇਗਾ। ਇਸ ਕਰਕੇ ਮਹਾਤਮਾ ਨੇ ਬਾਣੀ ਅੰਦਰ ਜੋ ਕੁਝ ਵੀ ਲਿਖਿਆ ਹੈ ਉਸ ਦਾ ਆਧਾਰ ਸੱਚ ਉੱਪਰ ਖੜਾ ਆਖਿਆ ਜਾ ਸਕਦਾ। ਆਚਰਣ ਦੀ ਪਵਿੱਤਰਤਾ ਦੀ ਗੱਲ ਉੱਪਰ ਹਰੇਕ ਧਰਮ ਪਹਿਰਾ ਦੇ ਰਿਹਾ। ਇਸ ਤੋਂ ਇਲਾਵਾ ਕਹਿਣੀ ਅਤੇ ਕਰਨੀ ਦੀ ਗੱਲ ਮਹਾਤਮਾ ਦੀ ਜ਼ਿੰਦਗੀ ਦਾ ਆਧਾਰ ਆਖਿਆ ਜਾ ਸਕਦਾ। ਇੱਥੇ ਹੀ ਬਸ ਨਹੀਂ, ਸਬਰ ਅਤੇ ਸ਼ੁਕਰ ਦੇ ਸਿਧਾਂਤ ਨੂੰ ਉਹਨਾਂ ਨੇ ਆਪਣੀ ਬਾਣੀ ਅੰਦਰ ਪਹਿਲ ਦਿੱਤੀ। ਜਿਹੜੀ ਵੀ ਚੀਜ਼ ਉਸ ਮਾਲਕ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਦਿੱਤੀ, ਉਸ ਵਿੱਚ ਉਹਨਾਂ ਨੇ ਖੁਸ਼ੀ ਨੂੰ ਪ੍ਰਗਟ ਕੀਤਾ। ਮੈਂ ਬੇਨਤੀ ਕਰਾਂ, ਕਿਸੇ ਵੀ ਧਰਮ ਨੇ ਆਪਣੀ ਬਾਣੀ ਅੰਦਰ ਕਿਸੇ ਦੀ ਵੀ ਨਿੰਦਿਆ ਅਤੇ ਚੁਗਲੀ ਦੀ ਇਜਾਜ਼ਤ ਨਹੀਂ ਦਿੱਤੀ। ਮਹਾਤਮਾ ਦੇ ਦੱਸਣ ਅਨੁਸਾਰ
ਜੇਕਰ ਆਪਾਂ ਇਹਨਾਂ ਉਸੂਲਾਂ ਉੱਪਰ ਪਹਿਰਾ ਦੇਣਾ ਸਿੱਖ ਲਈਏ, ਭਾਵ ਇਹਨਾਂ ਉਸੂਲਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ, ਤਾਂ ਉਸ ਮਾਲਕ ਨਾਲ ਪ੍ਰੇਮ ਪੈਦਾ ਕਰ ਸਕਦੇ ਹਾਂ। ਮੈਂ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ, ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਓਮਰ ਕਲਿਆਣ ਜੀ, ਜਿਨ੍ਹਾਂ ਪਾਸੋਂ ਆਪਾਂ ਇੱਕ ਸ਼ਬਦ ਸਰਵਣ ਕੀਤਾ, ਅਤੇ ਇਹਨਾਂ ਦਾ ਸਾਥ ਦੇਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ, ਸੱਚੀਆਂ ਪ੍ਰੀਤਾਂ ਗੁਰੂ ਆਪਣੇ ਨਾਲ ਜੋੜ ਤੂੰ, ਭੁੱਲ ਕੇ ਕਦੀ ਵੀ ਮੁਖ ਗੁਰੂ ਤੋਂ ਨਾ ਮੋੜ ਤੂੰ। ਭਾਈ ਸਾਹਿਬ ਜੀ ਨੇ ਸੱਚੀ ਪ੍ਰੀਤ ਦੀ ਗੱਲ ਆਪਣੇ ਸ਼ਬਦ ਵਿੱਚ ਕੀਤੀ। ਇਸ ਸੱਚੀ ਪ੍ਰੀਤ ਦਾ ਜ਼ਿਕਰ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਅੰਦਰ ਕੀਤਾ। ਕੀ ਫਰਮਾਇਆ ਗੁਰੂ ਰਵਿਦਾਸ ਜੀ ਨੇ? ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋੜ ਅਵਰ ਸੰਗ ਤੋਰੀ। ਇਸ ਪਿਆਰ ਦੀ ਗੱਲ ਕਰਦੇ ਹੋਏ ਸਤਿਗੁਰੂ ਰਵਿਦਾਸ ਜੀ ਨੇ ਇੱਕ ਹੋਰ ਸ਼ਬਦ ਵਿੱਚ ਜ਼ਿਕਰ ਕੀਤਾ। ਉਸ ਵਿੱਚ ਉਹਨਾਂ ਨੇ ਮੱਛੀ ਦਾ ਪਿਆਰ ਪਾਣੀ ਨਾਲ ਦਰਸਾਇਆ। ਜਦੋਂ ਇਸ ਤਰ੍ਹਾਂ ਦਾ ਪਿਆਰ ਪੈਦਾ ਹੋ ਜਾਵੇ, ਫਿਰ ਉਹ ਮਾਲਕ ਉਸ ਪਿਆਰ ਦੀ ਲਾਜ ਰੱਖੇਗਾ। ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਇੱਕ ਬੇੜੀ ਜਾਂ ਕਿਸ਼ਤੀ ਉਹ ਲੱਕੜ ਦੀ ਬਣੀ ਹੁੰਦੀ, ਪਰ ਦਰਿਆ ਵਿੱਚ ਉਹ ਡੁੱਬਦੀ ਨਹੀਂ। ਕਿਉਂ ਨਹੀਂ ਡੁੱਬਦੀ? ਇਸ ਕਰਕੇ ਨਹੀਂ ਡੁੱਬਦੀ ਕਿ ਪਾਣੀ ਨੇ ਉਸ ਦਰਖਤ ਨੂੰ ਪਾਲਿਆ, ਅਤੇ ਉਸ ਪਾਲੇ ਹੋਏ ਦਰਖਤ ਤੋਂ ਹੀ ਬੇੜੀ ਜਾਂ ਕਿਸ਼ਤੀ ਤਿਆਰ ਕੀਤੀ ਗਈ। ਜਿਸ ਕਰਕੇ ਪਾਣੀ ਆਪਣੀ ਲਾਜ ਰੱਖੇਗਾ। ਇਸ ਕਰਕੇ ਜੇਕਰ ਗੁਰੂ ਨਾਲ ਸੱਚੀ ਪ੍ਰੀਤ ਪੈ ਜਾਵੇ, ਤਾਂ ਫਿਰ ਉਹ ਇਸ ਇਨਸਾਨ ਨੂੰ ਭਵ ਸਾਗਰ ਵਿੱਚ ਡੁੱਬਣ ਨਹੀਂ ਦੇਵੇਗਾ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਪੜ੍ਹਿਆ ਕਿ ਉਸ ਮਾਲਕ ਨਾਲ ਸੱਚੀ ਪ੍ਰੀਤ ਪਾਈ ਜਾਵੇ, ਆਪ ਇਸ ਪ੍ਰੀਤ ਜਾਂ ਪ੍ਰੇਮ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੱਜ ਦੇ ਸ਼ਬਦ ਦੇ ਅੰਦਰ ਆਪਾਂ ਕਹਿ ਲਈਏ, ਅੱਜ ਦੀ ਇਸ ਵਾਰਤਾਲਾਪ ਦੇ ਅੰਦਰ ਆਪਾਂ ਕਹਿ ਲਈਏ, ਭੈਣ ਜੀ ਥੋੜ੍ਹੀ ਜਿਹੀ ਇਸ਼ਾਰਾ ਜਿਹੜਾ ਉਹ ਸ਼ੁਰੂ ਦੇ ਵਿੱਚ ਦੇ ਗਏ ਕਿ ਹਰੇਕ ਧਰਮ ਦੇ ਤਹਿ ਦੇ ਅੰਦਰ ਕਹਿ ਲਈਏ, ਕੁਛ ਜ਼ਿੰਦਗੀ ਦੇ ਅਸੂਲ ਕਹਿ ਲਈਏ, ਉਹ ਕੰਮ ਕਰਦੇ, ਤੇ ਉਹਨਾਂ ਅਸੂਲਾਂ ਤੇ ਪਹਿਰਾ ਦੇਣ ਦੀ ਗੱਲ, ਉਹਨਾਂ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਆਪਾਂ ਗੱਲ ਕਹਿ ਲਈਏ। ਇਸ ਇਨਸਾਨ ਦਾ ਜਿਹੜਾ ਉਹ ਧਰਮ ਆਖਿਆ ਜਾ ਸਕਦਾ, ਇਸ ਇਨਸਾਨ ਦਾ ਆਪਾਂ ਮਕਸਦ ਜਿਹੜਾ ਉਹਨਾਂ ਅਸੂਲਾਂ ਦੇ ਉੱਪਰ ਖੜਾ ਆਖ ਸਕਦੇ। ਤੇ ਜਦੋਂ ਆਪਾਂ ਉਹਨਾਂ ਅਸੂਲਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਵਾਂਗੇ, ਉਹਨਾਂ ਅਸੂਲਾਂ ਦੇ ਉੱਪਰ ਪਹਿਰਾ ਦੇਣਾ ਸਿੱਖ ਜਾਵਾਂਗੇ, ਤੇ ਫਿਰ ਐਸਤਾ ਐਸਤਾ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਨਾ, ਉਸ ਨੂੰ ਆਪਾਂ ਸਫਲ ਆਖ ਸਕਦੇ। ਜਿਸ ਤਰ੍ਹਾਂ ਇਸ ਜ਼ਿੰਦਗੀ ਦੇ ਮਕਸਦ ਦੇ ਪ੍ਰਤੀ ਆਪਾਂ ਵਿਚਾਰ ਕਰ ਰਹੇ, ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰ ਨਾਇ ਜੀ। ਉਹ ਕਹਿੰਦੇ ਮੈਂ ਬੜੀ ਦੂਰੋਂ ਚੱਲ ਕੇ ਆਇਆ। ਬੜੀ ਦੂਰੋਂ ਚੱਲਣ ਦਾ ਭਾਵ ਇਹ ਨਹੀਂ ਕਿ ਵੀ ਕੋਈ 4000 ਮੀਲ ਦੂਰੋਂ ਚੱਲ ਕੇ ਆਇਆ, ਕੋਈ 5000 ਮੀਲ ਦੂਰੋਂ ਚੱਲ ਕੇ ਆਇਆ, ਜਾਂ ਇਸ ਤੋਂ ਵੀ ਵੱਧ ਲੰਬੇ ਸਫ਼ਰ ਤੋਂ ਉਹ ਚੱਲ ਕੇ ਆਇਆ।
महात्मा की बाणी के अंदर एक विशेषता कह लीए, एक गुण कह लीए, एक वडियाई कह लीए कि इस इंसान का भरम जिहड़ा वो उसनों नहीं रहन देवेगी जेकर उस मालिक की दया मेहर दे नाल इस इंसान नूं बाणी की सोझी आनी जिहड़ी वो शुरू हो जाए। तां जिस तरह भैन जी इशारा दे गए कि मनुखी जामे की महानता की गल आपां विचार कर रहे हैं कि 84 लाख जूना तो बाद इस इंसान नूं इस इंसानी जामा मिलता कह लीए या फिर ये कह लीए कि एक इहो जिहा सर्कल चल रहा कि भी 84 लाख जूना तो बाद जिहड़ा वो इस इंसान दे इंसान बनने की जिहड़ी वो इसकी बारी आउंदी ते उस दी वडियाई इसे चीज़ विच आ कि भी आपां उस मालिक दे नाल जिहड़ा मिलाप कर सकते हैं ना ते सिर्फ वो इंसानी जामे दे अंदर ही आपां जिहड़ा वो कर सकते। दूसरी चीज़ जिस दे प्रति आपां बेनती करांगे कि इस इंसानी जामे नूं समझण दी गल महात्मा आपां नूं की दसदे, कहंदे कि भी अपने आप नूं सवारना सिख लवो। हुण जेकर इस इंसान ने उस बाणी नूं नहीं सुनिया, हरेक महात्मा की बाणी के अंदर अपने आप नूं सवारन की गल जिहड़ी वो उन्होंने लिखी। लेकिन होया कि अजकल आपां मीडिया का जो कह लीए आपां कदे फेसबुक ते वेखीए पता नहीं किन्ने क कॉमेंट कह लीए जां पोस्टां जिहड़ियां वो पाइयां ते असीं दुनिया नूं सवारन की गल कर रहे हैं। दो चीज़ां हो गईयां। महात्मा कहंदे अपने आप नूं सवारना जिहड़ा वो सिख लवो, लेकिन दुनिया के लोग कह रहे कि भी तुसी दुनिया नूं सवारना जिहड़ा वो सिखा दिओ। लेकिन दो चीज़ां होणगियां नहीं। आपां बाणी के अनुसार जिहड़ा वो जिक्र करांगे। शेख फरीद जी गुरु साहिबान तो कोई 300 साल पहला इस दुनिया के अंदर आए तो उन्होंने अपनी बाणी के अंदर दुनिया नूं सवारन की गल नहीं की, अपने आप नूं सवारन की गल की फरमाया शेख फरीद जी ने, कहंदे आप सवारे मैं मिले आ सुख होए, फरीदा जे तू मेरा होए रहे सब जग तेरा होए। कहंदे जेकर तू इन्नी क गल वो भरावा सिख लवे ना ते फिर कहंदे उस मालिक दे नाल जिहड़ा वो मिलाप जिहड़ा वो हो सकदा। क्यों इस तरह महात्मा ने बाणी दे अंदर लिखिया। गुरु घर ने भी अपनी बाणी दे अंदर एक इहो जिहा प्रमाण दिता, कहंदे सो जन निर्मल, सो लफ्ज वरतिया। मैं थोड़ी जी बेनती करदियां इत्थे कि ये जिहड़ी बाणी आ ना ये किसी एक कौम कह लो, एक मजहब कह लो, एक धर्म कह लो, उसकी जायदाद जिहड़ी वो नहीं आखी जा सकती। किते किते महात्मा ने अपनी बाणी के अंदर सतगुरु रविदास जी ने इहो जिहे शब्द जिहड़े अपनी बाणी के अंदर लिखे आ, कहंदे ये जिहड़ा धर्म है ना ये किसी दे प्यो दी आपां जिस तरह किसी नूं पंजाबी च कह दईए ना कि उसकी जायदाद नहीं। उस समय दे विच जिहड़े आपां प्रीस्ट क्लास कह लीए उन्हां दे संबंध विच उन्होंने एक शब्द जिहड़ा जिक्र किया। की फरमाया गुरबाणी दे अंदर, कहंदे सो जन निर्मल जिन आप पछाता। कहंदे जिसने अपने आप नूं पहचान लिया वो इंसान निर्मल हो जाएगा, प्योर हो जाएगा, पवित्र जिहड़ा वो हो जाएगा। हुण सवाल इस चीज़ का कि भी इसने निर्मल जिहड़ा वो क्यों होना। निर्मल होने की गल, प्योर होने की गल, पवित्र होने की गल जिहड़ी भगवान वाल्मीकि जी ने अपनी बाणी के अंदर जिहड़ी वो त्रेता युग के विच वर्णन की। उन्होंने इस पवित्रता की गल करते हुए अपनी बाणी के अंदर जिक्र किया, कहते सफेद वस्त्र के उपर केसर का रंग जिहड़ा वो शीघ्र चढ़ जाएगा, भाव छेती चढ़ जाएगा। हुण आपां किसी चीज़ नूं रंगाउणा ना तो फिर उसनूं साफ करना पवेगा। मैं बेनती कर रहा कि अपने आप नूं निर्मल क्यों करना,
क्योंकि इस इंसान की जिहड़ी आत्मा ना उस मालिक दे घर विच जिहड़ी हो जाएगी, इस इंसान का शरीर नहीं जाएगा। ये वक्री गल आ, आपां उन्हां दे पासों माफ़ी मंग लैने, लेकिन बाणी जिहड़ी आ इसनूं आपां झूठा नहीं कर सकते। बाणी की फरमाउंदी, कहते चाहे इस दुनिया दे अंदर आके आपां जो मर्जी कर लईए, जिस तरह का मर्जी वेश बना लईए, भेख बना लईए, बाहरी शरीर उस मालिक दे घर विच नहीं जा सकेगा। किहड़ी चीज़ जाएगी? इस इंसान की जिहड़ी आत्मा जाएगी। उस आत्मा के प्रति भगवान वाल्मीकि जी ने सफेद वस्त्र की गल की कि बई मालिक का रंग जिहड़ा इस इंसान की आत्मा के उपर उदों चढ़ेगा जदों ये साफ होवेगी, प्योर होवेगी, पवित्र होवेगी। बाहरी कर्मकांड के लिए किसी भी धार्मिक ग्रंथ के अंदर जिहड़ा कोई भी जिहड़ी आपां उसकी गुंजाइश पंजाबी च कह लीए ना, वो नहीं हैगी। मैं एक प्रमाण जिहड़ा वो गुरबाणी चों दियांगा कि जिस तरह गुरबाणी जिहड़ी बाहरला कर्मकांड कह लीए, बाहरला वेश कह लीए, बाहरला भेख कह लीए, उस दे प्रति जिहड़ा वो जिक्र करेगा। सतगुरु कबीर साहब महाराज जी ने शायद 1377 पेज के ऊपर एक शब्द लिखा जी, की फरमाया, कहते रूहानियत के नाल बाहरले पहरावे का जिहड़ा, बाहरले भेख का जिहड़ा कोई भी संबंध जिहड़ा वो नहीं आख्या जा सकता। जेकर इसका संबंध बनना हुंदा तो फिर भगवान वाल्मीकि जी ने अपनी बाणी में ये चीज़ जिहड़ी वो नहीं सी लिखनी कि सफेद वस्त्र उपर केसर का रंग जिहड़ा वो छेती चढ़ जाता। सतगुरु कबीर साहब महाराज जी ने अपनी बाणी के अंदर की जिक्र किया, कहते कबीर प्रीत एक स्यों की ए, कहते एक दे नाल प्रीत करनी सिख जावो। जिस तरह भाई साहब ने प्रीत की गल अपने शब्द दे विच कीती है ना, उन्होंने जिक्र किया कि बई जेकर आपां उस मालिक दे नाल प्रीत करनी सिख जाइए, उस मालिक दे नाल प्रेम करना सिख जाइए, तो फिर इस इंसान की बेड़ी जिहड़ी है ना, जीवन रूपी किश्ती जिहड़ी आ वो इस भव सागर के विचों पार जिहड़ी वो हो सकती। मैं बेनती कर रहा, सतगुरु कबीर साहब महाराज जी के शब्द के अनुसार, कबीर प्रीत एक स्यों की ए, आन दुबदा जाए। दुबदा तो भाव कहते द्वैत भावना, कहते जदों उसके नाल प्रीत करना सिख जाओगे, उसका हिस्सा बन जाओगे, तो फिर बई इस इंसान के मन के अंदर जिहड़ी दुबदा ना, द्वैत भावना जिहड़ी सतगुरु कबीर साहब महाराज जी कहते वो खत्म हो जाएगी। आन दुबदा जाए भावें लांबे केस कर, भावें करड़ मुंडाए। दो चीज़ां आ गई। आम तौर पर आपां बाहरी भेख की गल जिहड़ी वो कर रहे हैं, भगवान वाल्मीकि जी की बाणी में किते इस चीज़ का जिक्र आपां नूं नहीं मिलेगा कि भी बाहरी भेख रखण दे नाल जिहड़ा आपां उस मालिक के घर तक जिहड़ा हो जा सकते। करोड़ बार नमस्कार या जेकर आपां बाणी नूं सिर ढक के उसका सत्कार करते, लेकिन जेकर आपां ये गल कहीए कि भी सिर नूं ढकण दे नाल जिहड़ा आपां उस मालिक के घर विच छेती पहुँच सकते हैं, तो फिर सतगुरु कबीर साहब महाराज जी कहते भी नहीं। कबीर प्रीत एक स्यों की ये, आन दुबदा जाए, भावें लांबे केस कर, भावें करड़ मुंडाए। करड़ तो भाव मंडाउण तो भाव क्लीन शेव, कहते बाहरे पहरावे दे नाल, बाहरले भेख दे नाल उस मालिक का कोई भी जिहड़ा संबंध आपां नहीं आ सकते। एक प्रमाण आपां बाणी चों होर लवांगे। गुरु साहिबान ने बाणी दे अंदर एक चीज़ शायद तीसरे पातशाह महाराज जी का मुख वाक़ा जी की लिखिया, कहते जिथे लेखा मंगी ए, तिथे देह जात ना जाए। कहते जिथे इस इंसान का लेखा किया जाएगा, उथे इस इंसान की जिहड़ी देह है ना, ते दूसरी चीज़ तीसरे पातशाह महाराज जी वर्ण कर रहा है जात की गल।
ਕਹਿੰਦੇ ਨਹੀਂ ਜਾ ਸਕੇਗੀ। ਮੈਨੂੰ ਇਸ ਕੜੀ ਦੇ ਵਿੱਚੋਂ ਇੱਕ ਚੀਜ਼ ਯਾਦ ਆ ਗਈ। ਆ ਕੁਝ ਦਿਨ ਹੋਏ ਤੇ ਫੇਸਬੁੱਕ ਦੇ ਉੱਪਰ ਇੱਕ ਕਮੈਂਟ ਪਾਇਆ, ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਅੱਜ ਕੱਲ ਆਪਾਂ ਕਹਿ ਸਕਦੇ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਤੇ ਉਹਨਾਂ ਨੇ ਉਸ ਕਮੈਂਟ ਦੇ ਉਸ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਕਿ ਬਈ ਸਿੱਖ ਧਰਮ ਦੇ ਅੰਦਰ ਜਿਹੜੀ ਜਾਤ ਪਾਤ ਆ ਨਾ, ਉਸ ਦੇ ਪ੍ਰਤੀ ਕੋਈ ਵੀ ਜਗ੍ਹਾ ਜਿਹੜੀ ਉਹ ਨਹੀਂ। ਸਵਾਲ ਕਿੱਥੋਂ ਉੱਠਿਆ? ਆਪਾਂ ਗੱਲ ਪ੍ਰੀਤ ਦੀ ਕਰ ਰਹੇ ਹਾਂ, ਬਾਹਰੀ ਭੇਖ ਦੀ ਗੱਲ ਕਰ ਰਹੇ ਹਾਂ। ਗਿਆਨੀ ਜੀ ਨੇ ਜ਼ਿਕਰ ਕੀਤਾ ਆਪਣੇ ਉਸ ਆਪਾਂ ਪੋਸਟ ਦੇ ਵਿੱਚ ਕਹਿ ਸਕਦੇ ਹਾਂ, ਦੁਨੀਆ ਭਰ ਵਿੱਚ ਲੋਕਾਂ ਨੇ ਉਸ ਨੂੰ ਵੇਖਿਆ। ਕਹਿੰਦੇ ਵੀ ਜੇਕਰ ਤੁਸੀਂ ਅੰਮ੍ਰਿਤ ਪਾਨ ਕਰਨ ਦੇ ਸਮੇਂ ਕਹਿੰਦੇ ਦੋ ਤਰ੍ਹਾਂ ਦਾ ਅੰਮ੍ਰਿਤ ਬਣਾ ਰਹੇ ਹੋ, ਇੱਕ ਅੰਮ੍ਰਿਤ ਜਿਹੜਾ ਦੂਸਰੇ ਲੋਕਾਂ ਨੂੰ ਛਕਾ ਰਹੇ ਹੋ, ਤੇ ਇੱਕ ਦੂਸਰਾ ਅੰਮ੍ਰਿਤ ਜਿਹੜਾ ਆਪਾਂ ਰੰਗਰੇਟੇ ਕਹਿ ਲਈਏ, ਮਜ਼੍ਹਬੀ ਸਿੱਖ ਕਹਿ ਲਈਏ, ਜਾਂ ਜਿਹੜੇ ਦੂਸਰੇ ਲੋਕ ਉਹਨਾਂ ਨੂੰ ਛਕਾਉਣ ਵਾਸਤੇ ਜਿਹੜਾ ਉਹ ਦੂਸਰਾ ਅੰਮ੍ਰਿਤ ਜਿਹੜਾ ਉਹ ਤਿਆਰ ਕੀਤਾ ਜਾਂਦਾ। ਤੇ ਗਿਆਨੀ ਜੀ ਨੇ ਦੁਨੀਆ ਭਰ ਦੇ ਵਿੱਚ ਉਹ ਹੁਕਮਨਾਮੇ ਨੂੰ ਜਾਰੀ ਕੀਤਾ ਕਿ ਵੀ ਜੇਕਰ ਆਪਾਂ ਇਸ ਤਰ੍ਹਾਂ ਗੱਲ ਕਰਦੇ ਹਾਂ ਨਾ, ਤੇ ਫਿਰ ਆਪਾਂ ਗੁਰੂ ਸਾਹਿਬਾਨ ਦੇ ਸਿੱਖੀ ਸਿਧਾਂਤ ਦੀ ਗੱਲ ਜਿਹੜੀ ਉਸ ਤੋਂ ਕੋਹਾਂ ਦੂਰ ਜਿਹੜੇ ਹੋ ਜਾਣ। ਆਪਾਂ ਕਿੰਨਿਆਂ ਕੁ ਨੇ ਸੁਣਿਆ, ਕਿੰਨਿਆਂ ਕੁ ਨੇ ਉਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਆਂਦਾ। ਇਸ ਕਰਕੇ ਬਾਣੀ ਆਪਾਂ ਨੂੰ ਕੀ ਇਸ਼ਾਰਾ ਕਰਦੀ? ਕਹਿੰਦੇ ਬਈ ਆਪਣੇ ਆਪ ਨੂੰ ਸਵਾਰਨ ਦੀ ਗੱਲ, ਆਪਣੇ ਆਪ ਨੂੰ ਸੋਧਣ ਦੀ ਗੱਲ, ਆਪਣੇ ਆਪ ਨੂੰ ਸਵਾਰਨ ਤੋਂ ਬਗੈਰ ਜਿਹੜਾ ਆਪਾਂ ਉਸ ਮਾਲਕ ਦੇ ਘਰ ਦੇ ਜਿਹੜਾ ਉਹ ਨਹੀਂ ਪਹੁੰਚ ਸਕਦੇ। ਆਪਾਂ ਬਾਹਰਲੀ ਗੱਲ ਕਰਕੇ ਵੇਖ ਸਕਦੇ, ਜੇਕਰ ਇਸ ਇਨਸਾਨ ਦੇ ਹੱਥ ਜਿਹੜੇ ਉਹ ਗੰਦੇ ਆ, ਮੈਂ ਆਪਣੀ ਗੱਲ ਕਰਦਾ ਕਿ ਜੇਕਰ ਮੇਰੇ ਹੱਥ ਗੰਦੇ ਆ ਨਾ, ਕਾਲਖ ਨਾਲ ਲਿਬੜੇ ਹੋਏ ਆ, ਤੇ ਮੈਂ ਜਿਸ ਚੀਜ਼ ਨੂੰ ਵੀ ਹੱਥ ਲਾਵਾਂਗਾ ਨਾ, ਕੁਦਰਤੀ ਤੌਰ ਤੇ ਉਹ ਚੀਜ਼ ਜਿਹੜੀ ਆ ਉਹ ਗੰਦੀ ਹੋ ਜਾਏਗੀ, ਭਾਵ ਉਸ ਕਾਲਖ ਜਿਹੜੀ ਉਸ ਦੇ ਨਾਲ ਲਿਬੜ ਜਾਏਗੀ। ਇਸ ਇਨਸਾਨ ਦਾ ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ ਆਪਣੇ ਸ਼ਬਦਾਂ ਦੇ ਵਿੱਚ ਕਿ ਬਈ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਵੀ ਆਚਰਣ ਦੀ ਗੱਲ ਕੀਤੀ, ਵਿਖਾਵੇ ਵਾਸਤੇ ਨਹੀਂ। ਇਸੇ ਤਰ੍ਹਾਂ ਜਿਸ ਤਰ੍ਹਾਂ ਵਿਚਾਰਧਾਰਾ ਦੀ ਉਹਨਾਂ ਨੇ ਜ਼ਿਕਰ ਕੀਤਾ, ਉਸ ਦੀ ਗੱਲ ਕੀਤੀ। ਸਵਾਰਾਂਗੇ ਆਪਣੇ ਆਪ ਨੂੰ ਤਾਂ ਜਦੋਂ ਇਸ ਇਨਸਾਨ ਦੀ ਵਿਚਾਰਧਾਰਾ ਜਿਹੜੀ, ਸੋਚਣ ਦਾ ਦਾਇਰਾ ਜਿਹੜਾ, ਅੰਤਸ਼ਕਰਨ ਜਿਹੜਾ ਇਸ ਇਨਸਾਨ ਦਾ ਪਿਓਰ ਹੋਵੇਗਾ ਤੇ ਉਹ ਪਵਿੱਤਰ ਹੋਵੇਗਾ। ਆਪਾਂ ਵਿਚਾਰ ਕਰ ਰਹੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਗੱਲ। ਹੱਥ ਗੰਦੇ ਆ ਨਾ, ਤੇ ਜਿਸ ਚੀਜ਼ ਨੂੰ ਉਹ ਹੱਥ ਲਾਏ ਜਾਣਗੇ ਉਹ ਚੀਜ਼ ਗੰਦੀ ਹੋ ਜਾਏਗੀ। ਅੰਤਸ਼ਕਰਨ ਇਸ ਇਨਸਾਨ ਦਾ ਗੰਦਾ, ਅੰਤਸ਼ਕਰਨ ਦੇ ਅੰਦਰ ਇਸ ਇਨਸਾਨ ਦਾ ਜਿੱਥੇ ਸੋਚਣ ਦਾ ਦਾਇਰਾ, ਉੱਥੇ ਜਾਤ ਪਾਤ ਬੈਠੀ, ਉੱਥੇ ਊਚ ਔਰ ਨੀਚ ਦੀ ਗੱਲ ਬੈਠੀ, ਉੱਥੇ ਵੱਡੇ ਔਰ ਨੀਵੇਂ ਦੀ ਗੱਲ ਬੈਠੀ, ਤੇ ਫਿਰ ਆਪਾਂ ਉਸ ਮਾਲਕ ਜਿਹੜਾ ਉਸ ਦੇ ਘਰ ਦੇ ਜਿਹੜਾ ਉਹ ਨਹੀਂ ਪਹੁੰਚ ਸਕਦੇ। ਇਹ ਅੱਜ ਦੀ ਗੱਲ ਨਹੀਂ ਜਾਂ ਕੱਲ੍ਹ ਦੀ ਗੱਲ ਨਹੀਂ। ਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ, ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਜੀ। ਕਹਿੰਦੇ ਮਨ ਮੂਰਖ ਅੱਜ ਹੁਣ ਨਾ ਸਮਝਤ। ਕਹਿੰਦੇ ਇਸ ਇਨਸਾਨ ਦਾ ਮਨ ਜਿਹੜਾ ਉਹ ਮੰਨਣ ਲਈ ਹੀ ਤਿਆਰ ਨਹੀਂ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਜਾਤ ਪਾਤ ਦੀ ਆਪਾਂ ਗੱਲ ਕਰ ਲਈਏ, ਵਖਰੇਵੇਂ ਦੀ ਗੱਲ ਕਰ ਲਈਏ, ਅੰਤਸ਼ਕਰਨ ਦੇ ਵਿੱਚ ਉਹ ਚੀਜ਼ ਬੈਠੀ ਆ ਨਾ, ਤੇ ਉਸ ਚੀਜ਼ ਨੂੰ ਦੇਖ ਕੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ, ਮਨ ਮੂਰਖ ਅੱਜ ਹੁਣ ਨਾ ਸਮਝਤ। ਉਹ ਕਹਿੰਦੇ ਇਹ ਮਨ ਇਨਸਾਨ ਦਾ ਸਮਝਣ ਵਾਸਤੇ ਹੀ ਤਿਆਰ ਨਹੀਂ। ਸਿੱਖ ਦੇ ਹਾਰ ਉਹ ਨੀਤ, ਸਿੱਖ ਤੋਂ ਭਾਵ ਸਿੱਖਿਆ, ਨੀਤ ਤੋਂ ਭਾਵ ਨਿਤ। ਹਰ ਰੋਜ਼ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਆਪਾਂ ਰੱਬ ਮੰਨਦੇ, ਉਸ ਦੇ ਸਾਹਮਣੇ ਮੱਥਾ ਟੇਕਦੇ, ਜਾਂ ਹੋਰ ਵੀ ਜਿਹੜਾ ਧਾਰਮਿਕ ਗ੍ਰੰਥ ਆ ਉਸ ਨੂੰ ਮੱਥਾ ਟੇਕਦੇ। ਮੱਥਾ ਕਿਸ ਕਰਕੇ ਟੇਕਦੇ? ਇਸ ਕਰਕੇ ਟੇਕਦੇ ਕਿ ਉਸ ਦੇ ਅੰਦਰ ਜਿਹੜੀ ਚੀਜ਼ ਲਿਖੀ ਆ ਨਾ, ਉਹ ਸਾਨੂੰ ਜਿਹੜੀ ਉਹ ਪ੍ਰਵਾਨ। ਤੇ ਉਸ ਗ੍ਰੰਥ ਦੇ ਅੰਦਰ ਜਿਹੜਾ ਆਪਾਂ ਕਹਿ ਲਈਏ ਕੀ ਲਿਖਿਆ, ਕਹਿੰਦੇ ਕਿ ਵੀ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਸਵਾਰਨਾ ਸਿੱਖ ਜਾਓ। ਮੈਂ ਬੇਨਤੀ ਕੀਤੀ ਕੀ ਲਿਖਿਆ ਨਵੇਂ ਪਾਤਸ਼ਾਹ ਮਹਾਰਾਜ ਜੀ ਨੇ, ਸਿੱਖ ਦੇ ਹਾਰ ਉਹ ਨੀਤ।
ਇਸੇ ਚੀਜ਼ ਨੂੰ ਸ਼ੇਖ ਫਰੀਦ ਜੀ ਨੇ ਲਿਖਿਆ, ਫਰੀਦਾ ਕੋ ਕਹਿੰਦਿਆਂ ਚੰਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੇ ਚਿਤ। ਕਹਿੰਦੇ ਜੇਕਰ ਇਸ ਨੇ ਉਸ ਚੀਜ਼ ਨੂੰ ਜਿਹੜਾ ਕਹਿੰਦੇ ਬਈ ਜੋ ਸ਼ੈਤਾਨ ਵੰਜਾਇਆ, ਕਹਿੰਦੇ ਇਸ ਇਨਸਾਨ ਦੀ ਜਿਹੜੀ ਮੱਤ ਆ ਨਾ, ਮੱਤ ਤੋਂ ਭਾਵ ਸੋਚਣ ਦਾ ਦਾਇਰਾ, ਸੋਚਣ ਦਾ ਦਾਇਰਾ ਤੋਂ ਭਾਵ ਅੰਤਸ਼ਕਰ, ਜਿੱਥੋਂ ਉਹ ਵਿਚਾਰ ਉਤਪੰਨ ਹੋਵੇਗਾ, ਕਹਿੰਦੇ ਉੱਥੇ ਵੈਰ ਅਤੇ ਅਵਰੋਧ ਆ ਨਾ, ਤੇ ਫਿਰ ਕਹਿੰਦੇ ਗੱਲ ਜਿਹੜੀ ਉਹ ਨਹੀਂ ਬਣ ਸਕੇਗੀ। ਇਸ ਕਰਕੇ ਬਾਣੀ ਦੇ ਅੰਦਰ ਕਿਤੇ ਕਿਤੇ ਮਹਾਤਮਾ ਨੇ ਆਪਾਂ ਨੂੰ ਜਿਹੜਾ ਜੀ ਉਸ ਦੇ ਪ੍ਰਤੀ ਜ਼ਿਕਰ ਕੀਤਾ। ਆਪਾਂ ਵਿਚਾਰ ਕਰ ਰਹੇ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਆਪਣੇ ਆਪ ਨੂੰ ਸਵਾਰਨ ਦੇ ਪ੍ਰਤੀ ਜਦੋਂ ਜ਼ਿਕਰ ਕੀਤਾ ਨਾ, ਤੇ ਉਹਨਾਂ ਨੇ ਕੀ ਫਰਮਾਇਆ, ਕਹਿੰਦੇ ਜੇਕਰ ਆਪਾਂ ਬਾਹਰਲੀ ਦੁਨੀਆ ਦੇ ਅੰਦਰ ਗੱਲ ਕਰ ਲਈਏ, ਬਾਹਰਲੀ ਦੁਨੀਆ ਦੇ ਅੰਦਰ ਆਪਾਂ ਵਿਚਾਰ ਕਰ ਲਈਏ, ਦੁਨੀਆ ਕਹਿੰਦੀ ਇਸ ਇਨਸਾਨ ਦਾ ਅੰਤਸ਼ਕਰਨ ਕਹਿੰਦੇ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਪਿਓਰ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਲੇਕਿਨ ਭਗਵਾਨ ਵਾਲਮੀਕ ਜੀ ਦੀ ਬਾਣੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ। ਭਗਵਾਨ ਵਾਲਮੀਕ ਜੀ ਨੇ ਕੀ ਲਿਖਿਆ, ਕਹਿੰਦੇ ਜਿਤਨੇ ਦਾਨ ਅਤੇ ਤੀਰਥਾਦਿਕ ਸਾਧਨ ਹਨ, ਆ ਬਾਣੀ 'ਚ ਲਿਖਿਆ ਜੀ ਉਹਨਾਂ ਨੇ, ਬਲੈਕ ਐਂਡ ਵਾਈਟ ਵਿੱਚ ਆਪਾਂ ਨੂੰ ਲਿਖ ਕੇ ਦੇ ਕੇ ਗਏ, ਲੇਕਿਨ ਕਦੇ ਆਪਾਂ ਵਿਚਾਰ ਨਹੀਂ ਕੀਤੀ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ, ਕਹਿੰਦੇ ਜਿਤਨੇ ਦਾਨ ਅਤੇ ਤੀਰਥਾਦਿਕ ਸਾਧਨ ਹਨ, ਉਹਨਾਂ ਨੂੰ ਅਪਣਾਉਣ ਦੇ ਨਾਲ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਤਮ ਪਦ ਦੀ ਪ੍ਰਾਪਤੀ ਨਹੀਂ ਹੋਵੇਗੀ, ਆਤਮਾ ਨੂੰ ਜਾਣਨ ਦੀ ਪ੍ਰਾਪਤੀ ਨਹੀਂ ਹੋਵੇਗੀ। ਤੇ ਫਿਰ ਇਹ ਇਨਸਾਨ, ਕਿਉਂਕਿ ਆਤਮਾ ਉਸ ਮਾਲਕ ਦੀ ਅੰਸ਼ ਆ, ਆਤਮਾ ਨੂੰ ਨਹੀਂ ਜਾਣ ਸਕੋਗੇ, ਉਸ ਮਾਲਕ ਦੇ ਨੂੰ ਜਿਹੜਾ ਉਹ ਨਹੀਂ ਜਾਣ ਸਕੋਗੇ। ਕਹਿੰਦੇ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਜੇਕਰ ਕੋਈ ਇਨਸਾਨ ਆਪਾਂ ਨੂੰ ਇਹ ਗੱਲ ਜੀ ਪੁੱਛੇ ਕਿ ਤੁਸੀਂ ਆਹ ਗੱਲ ਜਿਹੜੀ ਇਹ ਕਹਿ ਤੇ ਦਿੱਤੀ, ਤੇ ਫਿਰ ਕਿੱਦਾਂ ਹੋਵੇਗੀ, ਭਗਵਾਨ ਵਾਲਮੀਕ ਜੀ ਨੇ ਕੁਐਸਚਨ ਕੀਤਾ, ਨਹੀਂ ਹੋ ਸਕੇਗੀ। ਅਗਲੀ ਅੱਧੀ ਕੜੀ ਵਿੱਚ ਉਹਨਾਂ ਨੇ ਬਿਆਨ ਕੀਤਾ, ਕਹਿੰਦੇ ਆਤਮ ਪਦ ਦੀ ਪ੍ਰਾਪਤੀ ਸਾਧੂ ਸੰਗ ਨਾਲ ਹੁੰਦੀ ਹੈ। ਹੁਣ ਇਹ ਸਾਧੂ ਤੇ ਸੰਗ ਦੋ ਲਫ਼ਜ਼ ਵਰਤੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ, ਕਿ ਇਸ ਇਨਸਾਨ ਦੀ ਆਤਮਾ ਨੂੰ ਪਿਓਰ ਕਰਨ ਦੇ ਲਈ, ਇਸ ਇਨਸਾਨ ਦੀ ਆਤਮਾ ਨੂੰ ਪਵਿੱਤਰ ਕਰਨ ਦੇ ਲਈ, ਕਹਿੰਦੇ ਜਿੰਨਾ ਚਿਰ ਇਹ ਇਨਸਾਨ ਕਿਸੇ ਸਾਧੂ ਦੇ ਪਾਸ ਨਹੀਂ ਜਾਵੇਗਾ, ਉਸ ਦਾ ਸੰਗ ਨਹੀਂ ਕਰੇਗਾ, ਹੋ ਸਕਦਾ ਕਈ ਵਾਰੀ ਆਪਾਂ ਨੂੰ ਇਹੋ ਜਿਹੇ ਇਨਸਾਨ ਜਿਹੜੇ ਉਹ ਮਿਲ ਜਾਣ, ਕਹਿਣ ਜੀ ਕਿ ਕੀ ਹੋਰ ਕੋਈ ਤਰੀਕਾ ਹੈ ਨਹੀਂ। ਆ ਗੁਰੂ ਘਰ ਦੀ ਬਾਣੀ ਇਸ ਚੀਜ਼ ਦੇ ਉੱਪਰ ਪਹਿਰਾ ਦੇਵੇਗੀ, ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਆ ਕੇ ਵਰਣਨ ਕੀਤੀ। ਹੁਣ ਤ੍ਰੇਤਾ ਯੁੱਗ ਦੀ ਗੱਲ ਕਰ ਲਈਏ, ਦੁਆਪਰ ਯੁੱਗ ਦੀ ਗੱਲ ਕਰ ਲਈਏ, ਜਾਂ ਗੁਰੂ ਸਾਹਿਬਾਨ ਦੇ ਸਮੇਂ ਦੀ ਗੱਲ ਕਰ ਲਈਏ, ਲਫ਼ਜ਼ਾਂ ਦਾ ਫਰਕ ਹੋ ਸਕਦਾ, ਲੇਕਿਨ ਜਿਹੜੀ ਸਚਾਈ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਵਿੱਚ ਵਰਣਨ ਕੀਤੀ, ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਆ ਗੁਰੂ ਸਾਹਿਬਾਨ ਦਾ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਆ ਜੀ। ਕਹਿੰਦੇ ਆਜੋ ਭਰਾਵੋ, ਮੈਂ ਤੁਹਾਨੂੰ ਸਾਧੂ ਸੰਗ ਦੀ ਮਹਿਮਾ ਦੱਸਾਂ, ਕਿਉਂ ਆਪਾਂ ਸਾਧੂ ਦਾ ਸੰਗ ਕਰਨਾ, ਕਿਉਂ ਆਪਾਂ ਕਿਸੇ ਸਾਧੂ ਦੇ ਕੋਲ ਜਾਣਾ। ਮਹਿਮਾ ਸਾਧੂ ਸੰਗ ਦੀ ਸੁਣੋ ਮੇਰੇ ਮੀਤਾ, ਮੈਲ ਖੋਈ ਕਹਿੰਦੇ ਕੋਟ ਅਗ ਹਰੇ। ਕੋਟ ਤੋਂ ਭਾਵ ਕਰੋੜ, ਅਗ ਤੋਂ ਭਾਵ ਕਹਿੰਦੇ ਵੀ ਜਿਹੜੇ ਪਾਪ ਆ, ਹਰੇ ਤੋਂ ਭਾਵ ਕਹਿੰਦੇ ਖਤਮ ਹੋ ਜਾਣੇ। ਮੈਂ ਫਿਰ ਬੇਨਤੀ ਕਰਾਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਪਹਿਲੇ ਪਾਤਸ਼ਾਹ ਮਹਾਰਾਜ ਦਾ ਮੁੱਖ ਵਾਕਿਆ ਜੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਕਹਿੰਦੇ ਮੈਲ ਹੋਈ ਕੋਟ ਅਗ ਹਰੇ। ਨਿਰਮਲ ਭੈ ਚੀਤਾ, ਅੰਤਸ਼ਕਰ, ਸੋਚਣ ਦਾ ਦਾਰਾ, ਵਿਚਾਰਧਾਰਾ, ਜਿੱਥੋਂ ਆਪਾਂ ਗੱਲ ਨੂੰ ਸ਼ੁਰੂ ਕੀਤਾ, ਕਹਿੰਦੇ ਸਾਧੂ ਦੀ ਸੰਗਤ ਤੋਂ ਬਗੈਰ ਜਿਹੜਾ ਕਹਿੰਦੇ ਵੀ ਗੱਲ ਜਿਹੜੀ ਉਹ ਨਹੀਂ ਬਣ ਸਕੀ। ਹੁਣ ਆਪਾਂ ਸਾਧੂ ਦੀ ਸੰਗਤ ਬਾਰੇ ਥੋੜੀ ਜਿਹੀ ਹੋਰ ਗੱਲ ਕਰਾਂਗੇ ਕਿ ਆਮ ਤੌਰ ਤੇ ਆਪਾਂ ਇਹੋ ਜਿਹੀ ਗੱਲ ਜਿਹੜੀ ਉਹ ਕਰ ਜਾਂਦੇ,
ਭਰਮ ਔਰ ਭੁਲੇਖੇ 'ਚ ਪੈ ਜਾਂਦੇ ਕਿ ਵੀ ਸਾਰੇ ਲੋਕ ਹੀ ਸਾਧੂ ਬਣ ਸਕਦੇ। ਆ ਮੇਰੇ ਵਰਗੇ ਇਨਸਾਨ ਆਪਾਂ ਕਹਿ ਲਈਏ ਕਿ ਵੀ ਜੇਕਰ ਲੋਕਾਂ ਦੇ ਘਰ ਤੋਂ ਮੰਗ ਕੇ ਖਾਂਦੇ, ਗੁਰਬਾਣੀ ਕਹਿੰਦੀ ਉਹ ਸਾਧੂ ਨਹੀਂ ਹੋ ਸਕਦਾ। ਹੱਕ ਹਲਾਲ ਦੀ ਕਮਾਈ ਦੇ ਉੱਪਰ ਜਿਹੜੀ ਉਹ ਬਾਣੀ ਜਿਹੜੀ ਉਹ ਆਪਾਂ ਨੂੰ ਇਸ਼ਾਰਾ ਕਰੇਗੀ। ਗੁਰੂ ਸਾਹਿਬਾਨ ਨੇ ਬਾਣੀ ਅੰਦਰ ਕੀ ਫਰਮਾਇਆ? ਕਹਿੰਦੇ ਘੋਲੀ ਗੇਰੂ ਰੰਗ ਚੜਾਇਆ, ਬਸਤਰ ਭੇਖ ਭਿਖਾਰੀ, ਕਾਪੜ ਫਾਰ ਬਣਾਈ ਖਿੰਥਾ, ਝੋਲੀ ਮਾਇਆਦਾਰੀ। ਮੰਗਣ ਦੀ ਗੱਲ ਕਰਦੇ, ਘਰ ਘਰ ਮੰਗੇ ਜਗ ਪ੍ਰਬੋਧੇ ਤੋਂ ਪਾਵਰ ਲੈਕਚਰ ਕਰਨਾ। ਮੇਰੇ ਵਰਗੇ ਇਨਸਾਨ ਸਟੇਜਾਂ ਤੇ ਬਹਿ ਕੇ ਲੈਕਚਰ ਕਰਨ ਵਾਲੇ ਬਹੁਤ ਸਾਰੇ ਮਿਲ ਜਾਣਗੇ, ਲੇਕਿਨ ਪ੍ਰੈਕਟੀਕਲ ਰੂਪ ਦੇ ਵਿੱਚ ਬਾਣੀ ਕਹਿੰਦੀ ਜੇਕਰ ਆਪਾਂ ਉਸ ਚੀਜ਼ ਦੇ ਉੱਪਰ ਪਹਿਰਾ ਨਹੀਂ ਦਿੱਤਾ ਤੇ ਫਿਰ ਜ਼ਿੰਦਗੀ 'ਚ ਤਬਦੀਲੀ ਜਿਹੜੀ ਉਹ ਨਹੀਂ ਆ ਸਕਦੀ। ਘਰ ਘਰ ਮੰਗੇ ਜਗ ਪ੍ਰਬੋਧੇ, ਕਹਿੰਦੇ ਮਨ ਅੰਧੇ ਪਤ ਹਰੀ, ਜਨ ਭਰਮ ਭਲਾਣਾ ਸ਼ਬਦ ਨਾ ਚੀਨੇ ਤੇ ਜੂਏ ਬਾਜੀ। ਕਹਿੰਦੇ ਜੂਏ ਦੇ ਵਿੱਚ ਬਈ ਬਾਜੀ ਹਾਰ ਦਿੱਤੀ। ਆਪਾਂ ਗੱਲ ਨੂੰ ਸ਼ੁਰੂ ਕੀਤਾ ਸੀ ਇਨਸਾਨੀ ਜਾਮੇ ਦੀ ਮਹਾਨਤਾ ਦੇ ਪ੍ਰਤੀ, ਤੇ ਜੇਕਰ ਆਏ ਤੇ ਆਪਣੀ ਜਿਹੜੀ ਜ਼ਿੰਦਗੀ ਆ ਨਾ ਉਸ ਨੂੰ ਆਪਾਂ ਜਿਹੜਾ ਉਹ ਵਿਅਰਥ ਗਵਾ ਦਿੱਤਾ। ਤੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਨੁਸਾਰ, ਗੁਰੂ ਸਾਹਿਬਾਨ ਦੀ ਬਾਣੀ ਦੇ ਅਨੁਸਾਰ ਆਪਾਂ ਆਪਣੀ ਜਿਹੜੀ ਜ਼ਿੰਦਗੀ ਆ ਉਸ ਨੂੰ ਸਫਲ ਨਹੀਂ ਕਰ ਸਕਦੇ। ਗੁਰਮੁਖ ਪਿਆਰਿਓ, ਮਨੁੱਖੀ ਜੀਵਨ ਦੀ ਮਹਾਨਤਾ ਬਾਰੇ ਹਰੇਕ ਮਹਾਤਮਾ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ। ਧਰਮੀ ਬਣਨਾ ਮਨੁੱਖ ਉਸ ਦਿਨ ਤੋਂ ਸ਼ੁਰੂ ਕਰਦਾ ਜਿਸ ਦਿਨ ਤੋਂ ਇਸ ਇਨਸਾਨ ਦੀ ਸੋਚ ਇਸ ਤਰ੍ਹਾਂ ਦੀ ਬਣ ਜਾਵੇ ਕਿ ਮੈਂ ਕੌਣ ਹਾਂ। ਮੈਂ ਕੌਣ ਹਾਂ ਤੋਂ ਭਾਵ ਆਪਣੇ ਆਪ ਨੂੰ ਜਾਣਨਾ। ਆਪਣੇ ਆਪ ਨੂੰ ਜਾਣਨਾ ਕੀ ਹੋਇਆ? ਜਿਸ ਤਰ੍ਹਾਂ ਆਪਾਂ ਬਾਹਰਲੀ ਉਦਾਹਰਣ ਲੈ ਕੇ ਦੇਖ ਸਕਦੇ ਹਾਂ, ਪੰਛੀ ਕੀ ਕਰਦੇ ਹਨ? ਸਵੇਰ ਹੁੰਦੀ ਹੈ, ਆਪਣੇ ਆਪਣੇ ਆਲਿਆਂ ਵਿੱਚੋਂ ਖੁਰਾਕ ਦੀ ਤਲਾਸ਼ ਲਈ ਉਡਾਰੀਆਂ ਮਾਰ ਕੇ ਬਾਹਰ ਚਲੇ ਜਾਂਦੇ ਹਨ। ਸ਼ਾਮ ਪੈ ਜਾਂਦੀ, ਫਿਰ ਵਾਪਸ ਆਪਣੇ ਆਪਣੇ ਆਲਿਆਂ ਵਿੱਚ ਆ ਜਾਂਦੇ ਹਨ। ਭਾਵ ਰਿਜ਼ਕ ਦੀ ਭਾਲ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਆਖਿਆ ਜਾ ਸਕਦਾ। ਲੇਕਿਨ ਇਨਸਾਨ ਨੇ ਰਿਜ਼ਕ ਦੀ ਜਗ੍ਹਾ ਰਾਜ਼ਕ ਦੀ ਵੀ ਖੋਜ ਕੀਤੀ। ਰਾਜ਼ਕ ਭਾਵ ਪਰਮਾਤਮਾ ਦੀ ਖੋਜ ਕਰਨਾ ਹੀ ਇਹ ਜਾਣਨਾ ਹੈ ਕਿ ਮੈਂ ਕੌਣ ਹਾਂ। ਗੁਰਮੁਖ ਪਿਆਰਿਓ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, ਜੋ ਕਿ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਦਰਜ ਹੈ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਜਿਵੇਂ ਮਾਰੂਥਲ ਵਿੱਚ ਅਗਿਆਨਤਾ ਕਰਕੇ ਪਾਣੀ ਦਿਖਾਈ ਦਿੰਦਾ ਹੈ ਅਤੇ ਗਿਆਨ ਦ੍ਰਿਸ਼ਟੀ ਨਾਲ ਇਹ ਭਰਮ ਦੂਰ ਹੋ ਜਾਂਦਾ। ਸਵਾਲ ਪੈਦਾ ਹੁੰਦਾ ਹੈ ਕਿ ਕਿਹੜਾ ਭਰਮ? ਇਹ ਭਰਮ ਕਿ ਮਾਰੂਥਲ ਵਿੱਚ ਪਾਣੀ ਨਹੀਂ ਹੋ ਸਕਦਾ। ਅਸੀਂ ਦੁਨੀਆ ਦੇ ਲੋਕ ਅਗਿਆਨਤਾ ਕਰਕੇ ਦੁਨੀਆ ਰੂਪੀ ਮਾਰੂਥਲ ਵਿੱਚੋਂ ਪਾਣੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਫਲਤਾ ਹੱਥ ਨਹੀਂ ਆ ਸਕਦੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ ਕਿ ਜਿੰਨੇ ਵੀ ਬਾਹਰੀ ਕਰਮ ਕਾਂਡ ਹਨ ਇਹ ਮਾਰੂਥਲ ਦੀ ਨਿਆਈ ਹਨ। ਜਿਸ ਤਰ੍ਹਾਂ ਦੀਵੇ ਜਗਾਉਣ ਦੀ ਗੱਲ, ਧੂਫ ਲਗਾਉਣ ਦੀ ਗੱਲ, ਕੇਸਰ ਦਾ ਟਿੱਕਾ ਮੱਥੇ ਵਿੱਚ ਲਗਾਉਣ ਜਾਂ ਫਿਰ ਹਵਨ ਕਰਨ ਦੀ ਗੱਲ, ਮਾਰੂਥਲ ਵਿੱਚੋਂ ਪਾਣੀ ਪ੍ਰਾਪਤ ਕਰਨਾ ਆਖਿਆ ਜਾ ਸਕਦਾ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜ਼ਿੰਦਗੀ ਦਾ ਸਫ਼ਰ ਤੈਅ ਨਹੀਂ ਹੋ ਸਕਦਾ। ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰਦਿਆਂ ਸਤਿਗੁਰੂ ਕਬੀਰ ਸਾਹਿਬ ਜੀ ਨੇ ਫਰਮਾਇਆ, ਕਬੀਰ
ये मार्ग पंडित गए, पाछे पड़ी बहीर, एक अवकट घाटी राम की, तै चढ़ रहे हो कबीर। सतगुरु कबीर साहिब जी ने अवकट घाटी की गल की। भगवान वाल्मीकि जी ने अपार समुंदर की गल की। लफ्ज़ां का फर्क है, जो सार वस्तु है वो एक ही आखी जा सकती। भगवान वाल्मीकि जी के दस्सण अनुसार उस अपार समुंदर विच मोह रूपी पानी है, मरण रूपी उस विच लहरां हन, पाप रूपी झग उस अपार समुंदर का हिस्सा है, तृष्णा रूपी घुमण घेरी भी उस समुंदर विच है। भगवान वाल्मीकि जी दसदे हन कि इंद्रियां ते मन रूपी तंदवे ते मच्छियां हन, क्रोध रूपी सप हन। इस तरह का ये अपार समुंदर है। भगवान वाल्मीकि जी ने अगे चल के फरमाया कि जो जहाज अते मलाहां दे हुंदियां भी इन्हां नूं नहीं तरदे, उन्हां नूं लानत है। भाई साहिब जी, जिस तरह भाई उमर कल्याण जी ने अपने शब्द विच पढ़िया कि गुरु तो बगैर तैनूं किसे पार लाउणा नहीं, भाव इस अपार समुंदर नूं गुरु तो बगैर तरिया नहीं जा सकता। आप इस बारे बाणी के आशय अनुसार संगत नूं की कहना चाहते हो? गुरमुख प्यारिओ, जिस तरह आपां अज दे शब्द के अंदर विचार की, इस अनसानी जामे की महानता की गल, ते इस तो अगे चल के जिस तरह भैन जी जिक्र कर गए अपने शब्दों के विच कि भी जदों ये इंसान इस चीज़ नूं सिख लवे, ये चीज़ जिहड़ी इस इंसान दे आपां कह लीए कि मन का हिस्सा बन जाए कि भी ये इस दुनिया के उपर जिहड़ा वो किस काम करने वास्ते आया, तो उन्होंने पंछियों की उदाहरण दे के अपने सामने चीज़ उसनूं लैके आंदा कि पंछी की करते कि सवेर नूं अपने आलणियां विचों उड़ पैंदे ते रिजक की खातर जिहड़ा वो अडारियां मारदे ते फिर जिहड़ा शाम नूं वापस अपने आलणियां दे विच आ जांदे। ते सारी जिहड़ी जिंदगी है ना, आपां विचार करके देखिए, वो इस तरीके दे नाल ही जिहड़ी वो बतीत करके ते इस दुनिया के उपरों जिहड़ा वो चलते बन। लेकिन महात्मा की बाणी आपां नूं तकीद करेगी। भगवान वाल्मीकि जी ने मनुखी जामे की महानता की गल करते हुए अपनी बाणी के अंदर इस चीज़ का जिक्र किया। जिस तरह शेख फरीद जी की आपां पहलों भी गल कर चुके हैं कि उन्होंने भी अपनी बाणी के अंदर जिहड़ा वो उस चीज़ के प्रति जिहड़ा वो जिक्र किया। की फरमाया, कहंदे फरीदा चार गवाया हंड के, चार गवाया सम, लेखा रब मंगेसी आ, तू आहो केड़े कम। चेतावनी दिती कि भी जिंदगी के चार पैर जिहड़े इस इंसान ने जिहड़ा दुनिया के काम कार दे विच गुजार दिते, ते फिर जिंदगी के दूसरे चार पैर जिहड़े दिन दे आपां कह लीए वो सौ के गुजार दिते, लेकिन उस मालिक की बंदगी जिहड़ी है ना उसनूं नहीं कीता। इसे करके बाणी दे अंदर जिक्र करते महात्मा के भगत अते जिहड़े संसारी लोग आपां कह लीए उन्हां दी रास नहीं, क्योंकि उन्हां दा रस्ता जिहड़ा उसनूं आपां वखरा आख सकदे, लेकिन जिहड़े दुनियादार आ ना उन्हां दा रस्ता जिहड़ा वो वखरा। हाले कि हरेक महात्मा ने इस इंसान नूं इस चीज़ के प्रति जिहड़ा जी वो याद कराया कि भी इंसान की जूनी इस करके श्रेष्ठ आ कि इस दे उपर कीते हुए कर्मां दा जिहड़ा कानून कह लीए, सिद्धांत कह लीए, असूल कह लीए,
ਅਵਸ ਜਿਹੜਾ ਉਹ ਲਾਗੂ ਹੋਵੇਗਾ। ਆਪਾਂ ਕੀਤੇ ਹੋਏ ਕਰਮਾਂ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕਦੇ, ਕਿਉਂਕਿ ਇਸ ਇਨਸਾਨ ਦੀ ਜਿਹੜੀ ਜੂਨੀ ਆ ਨਾ, ਉਸ ਨੂੰ ਮਹਾਤਮਾ ਨੇ ਕਰਮ ਜੂਨੀ ਇਸੇ ਕਰਕੇ ਆਖਿਆ। ਬਾਕੀ ਜੂਨੀਆਂ ਜਿਹੜੀਆਂ ਉਹਨਾਂ ਨੂੰ ਮਹਾਤਮਾ ਨੇ ਭੋਗ ਜੂਨੀ ਆਖਿਆ, ਕਿਉਂਕਿ ਜਿਹੜੀ ਕਰਮ ਜੂਨੀ ਆ, ਜਿਹੜੇ ਕੰਮ ਕੀਤੇ ਜਾਂਦੇ ਉਹਨਾਂ ਦਾ ਭੁਗਤਾਨ ਜਿਹੜਾ ਧਰਮਰਾਜ ਦੇ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਆਮ ਤੌਰ ਤੇ ਵੈਸੇ ਕਈ ਵਾਰੀ ਆਪਾਂ ਇਹੋ ਜਿਹੀਆਂ ਗੱਲਾਂ ਜ਼ਰੂਰ ਸੁਣਦੇ, ਕਹਿੰਦੇ ਜੀ ਕਦੇ ਕਿਸੇ ਨੇ ਵੇਖਿਆ ਵੀ ਆ, ਜੇਕਰ ਬਾਣੀ ਅਨੁਸਾਰ ਵਿਚਾਰ ਕਰਨੀ, ਚਾਹੇ ਉਹ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਕਹਿ ਲਈਏ, ਭਗਵਾਨ ਵਾਲਮੀਕ ਜੀ ਦੀ ਬਾਣੀ ਕਹਿ ਲਈਏ, ਜਾਂ ਹੋਰ ਕਿਸੇ ਵੀ ਮਹਾਤਮਾ ਦੀ ਆਪਾਂ ਬਾਣੀ ਦੀ ਗੱਲ ਕਰ ਲਈਏ, ਉਹਨਾਂ ਨੇ ਇਹ ਜਿਹੜੀਆਂ ਜੁਨੀਆਂ ਉਹਨਾਂ ਦੇ ਪ੍ਰਤੀ ਆਪਾਂ ਨੂੰ ਜਿਹੜਾ ਜੀ ਉਹ ਜ਼ਿਕਰ ਕੀਤਾ। ਤੇ ਕਿਤੇ ਕਿਤੇ ਮਹਾਤਮਾ ਦੀ ਬਾਣੀ ਦੇ ਅੰਦਰ ਇਹੋ ਜਿਹੀ ਚੀਜ਼ ਜਿਹੜੀ ਉਹ ਆਪਾਂ ਨੂੰ ਮਿਲ ਜਾਂਦੀ। ਜਿਸ ਤਰ੍ਹਾਂ ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ ਹਾਂ ਜੀ ਕਿ ਇਹਨਾਂ ਕਰਮਾਂ ਦੇ ਪ੍ਰਤੀ, ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਸਾਇੰਟਿਸਟ ਜਿਨ੍ਹਾਂ ਨੂੰ ਕਹਿੰਦੇ, ਜਾਂ ਜਿਹੜਾ ਆਪ ਇਸ ਦਾ ਗਿਆਨ ਰੱਖਣ ਵਾਲੇ, ਜਿਸ ਤਰ੍ਹਾਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਆਪਾਂ ਗੱਲ ਕਰ ਲਈਏ, ਵੱਖਰੇ ਵੱਖਰੇ ਬੀਜ ਜਿਹੜੇ ਉਹ ਤਿਆਰ ਕਰਦੇ, ਤੇ ਉਹਨਾਂ ਬੀਜਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਪੌਦਾ ਪੈਦਾ ਹੋਵੇਗਾ ਨਾ, ਇਹ ਵੈਸੇ ਉਹਨਾਂ ਨੇ ਖੋਜ ਕਰ ਲਈ। ਮਹਾਤਮਾ ਕਦੇ ਆਪਾਂ ਨੂੰ ਡਰਾਉਣ ਵਾਸਤੇ ਨਹੀਂ ਇੱਥੇ ਆਉਂਦੇ, ਕਿਉਂਕਿ ਉਹਨਾਂ ਨੇ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਨਾ, ਉਸ ਨੂੰ ਬੜਾ ਨੇੜਿਓਂ ਹੋ ਕੇ ਵੇਖਿਆ, ਤੇ ਕਰਮਾਂ ਦੇ ਵਿੱਚੋਂ ਬੀਜ ਜਿਹੜਾ ਉਹ ਕਿਸ ਤਰ੍ਹਾਂ ਦਾ ਨਿਕਲੇਗਾ, ਉਹਨਾਂ ਨੇ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਜੀ ਉਹ ਚੇਤਾ ਕਰਾਇਆ, ਯਾਦ ਕਰਾਇਆ। ਕਹਿੰਦੇ ਆਪਾਂ ਨੂੰ ਵਿਚਾਰ ਕਰਨੀ ਪਵੇਗੀ, ਤੇ ਜੇਕਰ ਫਿਰ ਆਪਾਂ ਉਹਨਾਂ ਦੀ ਗੱਲ ਨੂੰ ਸੁਣਿਆ ਹੀ ਨਹੀਂ, ਉਹਨਾਂ ਦੀ ਗੱਲ ਦੇ ਉੱਪਰ ਵਿਚਾਰ ਹੀ ਨਹੀਂ ਕੀਤੀ, ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਜ਼ਿਕਰ ਕਰ ਗਏ ਹੈ ਕਿ ਜਿਸ ਤਰ੍ਹਾਂ ਰੋਸ਼ਨੀ ਜਿਹੜੀ ਆ ਨਾ, ਜੇਕਰ ਇਹ ਗਿਆਨ ਰੂਪੀ ਰੋਸ਼ਨੀ, ਬਾਣੀ ਰੂਪੀ ਰੋਸ਼ਨੀ ਜਿਹੜੀ ਆ ਇਸ ਇਨਸਾਨ ਨੂੰ ਨਹੀਂ ਮਿਲੇਗੀ, ਤੇ ਜ਼ਿੰਦਗੀ ਦੀ ਸੇਧ ਜਿਹੜੀ ਆ ਇਹ ਉਸ ਤੋਂ ਨਹੀਂ ਪ੍ਰਾਪਤ ਕਰ ਸਕਦਾ। ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ ਹਾਂ, ਕਿਤੇ ਕਿਤੇ ਮਹਾਤਮਾ ਨੇ ਸਾਡੇ ਲੈਵਲ ਤੇ ਆ ਕੇ ਇਹੋ ਜਿਹੀ ਗੱਲ ਜਿਹੜੀ ਜੀ ਉਹ ਲਿਖ ਦਿੱਤੀ। ਕਹਿੰਦੇ ਜਿਸ ਤਰ੍ਹਾਂ ਇੱਕ ਉੱਲੂ ਆ ਨਾ, ਪੰਜਾਬੀ 'ਚ ਆਪਾਂ ਕਹਿ ਦਈਏ, ਕਹਿੰਦੇ ਜੀ ਉਸ ਨੂੰ ਰੋਸ਼ਨੀ ਜਿਹੜੀ ਆ ਉਸ ਦੇ ਵਿੱਚ ਨਹੀਂ ਦਿਸਦਾ, ਤੇ ਉਸ ਨੂੰ ਰਾਤ ਦੇ ਸਮੇਂ ਜਿਹੜਾ ਉਹ ਦਿਸਦਾ। ਤੇ ਜੇਕਰ ਉੱਲੂ ਇਹ ਕਵੇ ਕਿ ਵੀ ਸੂਰਜ ਹੈ ਹੀ ਨਹੀਂ, ਤੇ ਅਸਲ ਵਿੱਚ ਇਹ ਉਸ ਦਾ ਕਸੂਰ ਨਹੀਂ, ਕਸੂਰ ਇਸ ਚੀਜ਼ ਦਾ ਕਿ ਉਸ ਨੂੰ ਰੋਸ਼ਨੀ ਜਿਹੜੀ ਆ ਉਹ ਦਿਖਾਈ ਹੀ ਨਹੀਂ ਦਿੰਦੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਪਸ਼ਟ ਫੈਸਲਾ ਦੇ ਦਿੱਤਾ ਕਿ ਉਹ ਭਰਾਵੋ, ਬਾਹਰੀ ਕਰਮਕਾਂਡ ਦੇ ਵਿਕਰਨ ਦੇ ਨਾਲ ਆਪਾਂ ਉਸ ਮਾਲਕ ਦੇ ਘਰ ਤੱਕ ਨਹੀਂ ਪਹੁੰਚ ਸਕਾਂਗੇ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਰੇਤ ਨੂੰ ਪੀੜਨ ਦੇ ਨਾਲ ਕਦੇ ਕਿਸੇ ਨੂੰ ਤੇਲ ਦੀ ਪ੍ਰਾਪਤੀ ਜਿਹੜੀ ਉਹ ਨਹੀਂ ਹੋ ਸਕਦੀ। ਤੇਲ ਦੀ ਪ੍ਰਾਪਤੀ ਕਦੋਂ ਹੋਵੇਗੀ? ਕਹਿੰਦੇ ਜਦੋਂ ਇਹ ਇਨਸਾਨ ਤਿਲਾਂ ਨੂੰ ਪੀੜਨਾ ਸਿੱਖ ਜਾਵੇਗਾ, ਬਾਣੀ ਦੇ ਵਿੱਚੋਂ ਰੋਸ਼ਨੀ ਲੈਣੀ ਜਿਹੜੀ ਇਹ ਇਨਸਾਨ ਸਿੱਖ ਜਾਵੇਗਾ ਨਾ, ਤੇ ਫਿਰ ਇਸ ਇਨਸਾਨ ਨੂੰ ਜਿਹੜੀ ਉਹ ਸੋਝੀ ਆਉਂਦੀ। ਇਸ ਕਰਕੇ ਮਹਾਤਮਾ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਇਸ਼ਾਰਾ ਕਰਦੇ ਜੀ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਜੀ ਕਿ ਇੰਦਰੀਆਂ ਦੀ ਗੱਲ, ਕਹਿੰਦੇ ਜਿਹੜੀ ਚੀਜ਼ ਇਹ ਇਨਸਾਨ ਆਪਣੇ ਮੂੰਹ ਨਾਲ ਖਾਵੇਗਾ, ਕਹਿੰਦੇ ਉਸ ਦਾ ਇਹ ਸਰੀਰ ਇਨਸਾਨ ਦੇ ਤਨ ਦੇ ਉੱਪਰ ਕਹਿ ਲਈਏ ਉਹ ਅਸਰ ਹੋਵੇਗਾ। ਅੰਤਸ਼ਕਰਨ ਦੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਕਿ ਵੀ ਜੇਕਰ ਅੰਤਸ਼ਕਰਨ ਗੰਦਾ, ਅੰਤਸ਼ਕਰਨ ਵਿੱਚ ਕਿਹੜੀ ਚੀਜ਼ ਪ੍ਰਵੇਸ਼ ਹੋਵੇਗੀ? ਜਿਹੜੀ ਚੀਜ਼ ਇਹ ਇਨਸਾਨ ਅੱਖਾਂ ਰਾਹੀਂ ਦੇਖੇਗਾ, ਉਸ ਦਾ ਪ੍ਰਭਾਵ ਜਿਹੜਾ ਹਰ ਹਾਲਤ ਵਿੱਚ ਇਸ ਇਨਸਾਨ ਦੇ ਅੰਤਸ਼ਕਰਨ ਦੇ ਉੱਪਰ ਹੋਵੇਗਾ। ਜਿਹੜੀ ਇਨਸਾਨ ਇਹ ਕੋਈ ਚੀਜ਼ ਆਪਣੇ ਕੰਨਾਂ ਰਾਹੀਂ ਸੁਣੇਗਾ, ਉਸ ਦਾ ਪ੍ਰਭਾਵ ਜਿਹੜਾ ਇਸ ਇਨਸਾਨ ਦੇ ਅੰਤਸ਼ਕਰਨ ਉੱਪਰ ਹੋਵੇਗਾ। ਇਸ ਕਰਕੇ ਇਸ ਨੂੰ ਆਪਾਂ ਜਿਸ ਤਰ੍ਹਾਂ ਕਹਿ ਲਈਏ ਕਿ ਵੀ ਸੈਂਸ ਆਫ ਡਿਸਕ੍ਰਿਮੀਨੇਸ਼ਨ, ਜਾਣਨ ਦੀ ਤਾਕਤ, ਜਾਣਨ ਦਾ ਬੋਧ, ਜਾਣਨ ਦਾ ਗਿਆਨ ਸਿਰਫ ਇਸ ਇਨਸਾਨ ਨੂੰ ਉਸ ਮਾਲਕ ਨੇ ਦਿੱਤਾ। ਇਹ ਇਨਸਾਨ ਸਮਝ ਸਕਦਾ, ਇਹ ਇਨਸਾਨ ਸੋਚ ਸਕਦਾ ਕਿ ਕਿਹੜੀ ਚੀਜ਼ ਜਿਹੜੀ ਇਸ ਇਨਸਾਨ ਦੇ ਕਰਨ ਦੇ ਯੋਗ, ਤਾਂ ਕਿ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਐਸਾ ਜਿਹੜੀ ਉਹ ਸੁਧਰ ਸਕੇ। ਇਸ ਕਰਕੇ ਆਪਾਂ ਬਾਣੀ ਦੇ ਅਨੁਸਾਰ ਕਹਿ ਲਈਏ
ਇਸ ਚੀਜ਼ ਦੇ ਪ੍ਰਤੀ ਇਸ਼ਾਰਾ ਦੇਵੇਗੀ ਕਿ ਵੀ ਜੇਕਰ ਇਸ ਇਨਸਾਨ ਨੇ ਉਸ ਚੀਜ਼ ਨੂੰ ਪ੍ਰੈਕਟੀਕਲ ਰੂਪ ਵਿੱਚ ਲੈ ਕੇ ਨਹੀਂ ਆਂਦਾ ਤੇ ਫਿਰ ਗੱਲ ਜਿਹੜੀ ਉਹ ਨਹੀਂ ਬਣ ਸਕੀ। ਹਾਂਜੀ। ਗੁਰਮੁਖ ਪਿਆਰਿਓ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ, ਜ਼ਿੰਦਗੀ ਦੀ ਬੇੜੀ ਐਵੇਂ ਹੜ 'ਚ ਨਾ ਰੋੜ ਤੂੰ। ਗੁਰੂ ਸਾਹਿਬ ਜੀ ਦੇ ਦੱਸਣ ਅਨੁਸਾਰ ਸਵਾਸਾਂ ਦੀ ਪੂੰਜੀ ਇੱਕ ਇੱਕ ਸਵਾਸ ਨਾਲ ਘਟਦੀ ਜਾ ਰਹੀ ਹੈ। ਬਾਣੀ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਦਾ 60ਵਾਂ 70ਵਾਂ 80ਵਾਂ ਜਨਮ ਦਿਨ ਮਨਾ ਲਈਏ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨਸਾਨ ਆਏ ਦਿਨ ਮੌਤ ਦੇ ਨੇੜੇ ਹੋ ਰਿਹਾ। ਗੁਰਮੁਖ ਪਿਆਰਿਓ, ਸਮੇਂ ਦੀ ਰਫ਼ਤਾਰ ਸੈਕਿੰਡ ਤੋਂ ਸ਼ੁਰੂ ਹੋ ਕੇ ਸਾਲਾਂ ਤੱਕ ਚਲੀ ਜਾਵੇਗੀ। ਵਿਚਾਰ ਕਰਕੇ ਦੇਖੀਏ, ਆਪਾਂ ਕਿਸੇ ਨੂੰ ਵੀ ਪੁੱਛੀਏ ਤਾਂ ਉਹ ਕੀ ਜਵਾਬ ਦਿੰਦਾ ਹੈ? ਆਮ ਤੌਰ ਤੇ ਇਹ ਜਵਾਬ ਮਿਲਦਾ ਹੈ ਕਿ ਸਮਾਂ ਬੀਤ ਰਿਹਾ ਹੈ। ਗੁਰਮੁਖ ਪਿਆਰਿਓ, ਜੇਕਰ ਸਮਾਂ ਹੀ ਬੀਤ ਗਿਆ ਤਾਂ ਪਿੱਛੇ ਬਾਕੀ ਕੀ ਰਵੇਗਾ? ਮਾਲਕ ਦੇ ਪਿਆਰਿਆਂ ਨੇ ਸਮੇਂ ਨੂੰ ਬਤੀਤ ਕਰਨ ਵਾਸਤੇ ਨਹੀਂ ਆਖਿਆ, ਸਗੋਂ ਸਮੇਂ ਨੂੰ ਸਫਲ ਕਰਨ ਵਾਸਤੇ ਆਖਿਆ ਹੈ। ਭਗਵਾਨ ਵਾਲਮੀਕ ਜੀ ਦਇਆ ਕਰਨ, ਮਿਹਰ ਕਰਨ, ਆਪਾਂ ਬਾਣੀ ਦੇ ਆਸ਼ੇ ਅਨੁਸਾਰ, ਬਾਣੀ ਦੀ ਸਿੱਖਿਆ ਅਨੁਸਾਰ ਆਪਾਂ ਸਮੇਂ ਨੂੰ ਸਫਲ ਕਰਨਾ ਸਿੱਖ ਲਈਏ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨ ਗੁਰੂ।